ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ ਜੀ। ਜੇਕਰ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਕਿਸੇ ਨੂੰ ਇਹ ਚੀਜ਼ਾਂ ਦੇ ਦਿੰਦੇ ਹੋ ਤਾਂ ਤੁਹਾਡੇ ਘਰ ਵਿੱਚ ਬਰਕਤ ਹੀ ਖਤਮ ਹੋ ਜਾਵੇਗੀ। ਤੁਹਾਡੇ ਘਰ ਦੇ ਵਿੱਚ ਗਰੀਬੀ ਆ ਸਕਦੀ ਹੈ। ਸੋ ਤੁਸੀਂ ਇਹਨਾਂ ਗੱਲਾਂ ਤੋਂ ਸਾਵਧਾਨੀ ਵਰਤ ਲੈਣਾ ਜੀ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ, ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਹੀ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੇ ਇਹ ਜਿਹੜਾ ਦਿਨ ਤਿਉਹਾਰ ਆ ਰਿਹਾ ਹੈ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ। ਅੱਜ ਦੀ ਇਹ ਕਹਾਣੀ ਤੁਹਾਡੇ ਲਈ ਬੜੀ ਹੀ ਸਿੱਖਿਆਦਾਇਕ ਬਣ ਜਾਵੇਗੀ। ਸਾਧ ਸੰਗਤ ਜੀ, ਜਾਣਦੇ ਹਾਂ ਜੀ ਉਹ ਤਿੰਨ ਚੀਜ਼ਾਂ ਦੇ ਬਾਰੇ ਜਿਹੜੀਆਂ ਕਦੇ ਵੀ ਸਾਨੂੰ ਕਿਸੇ ਦੂਜੇ ਦੇ ਹੱਥ ਵਿੱਚ ਦੇਣੀਆਂ ਹੀ ਨਹੀਂ ਚਾਹੀਦੀਆਂ। ਚਾਹੇ ਕੋਈ ਸਾਡਾ ਕਿੰਨਾ ਸਕਾ ਕਿਉਂ ਨਾ ਹੋਵੇ, ਚਾਹੇ ਕੋਈ ਸਾਡਾ ਰਿਸ਼ਤੇਦਾਰ ਹੋਵੇ ਜਾਂ ਸਾਡਾ ਪਿਆਰਾ ਹੀ ਭਾਵੇਂ ਕਿਉਂ ਨਾ ਹੋਵੇ। ਜੇਕਰ ਅਸੀਂ ਦੂਜਿਆਂ ਦੇ ਹੱਥ ਵਿੱਚ ਇਹ ਚੀਜ਼ਾਂ ਦੇ ਦਿੰਦੇ ਹਾਂ, ਇਹ ਫਿਰ ਸਾਨੂੰ ਕਦੇ ਵੀ ਵਾਪਸ ਨਹੀਂ ਮਿਲਦੀਆਂ ਤੇ ਜੇਕਰ ਮਿਲ ਵੀ ਜਾਣ ਤਾਂ ਪਹਿਲਾਂ ਦੀ ਹਾਲਤ ਵਿੱਚ ਨਹੀਂ ਮਿਲਦੀਆਂ। ਤਾਂ ਫਿਰ ਸਾਧ ਸੰਗਤ ਜੀ, ਅੱਜ ਦੀ ਵੀਡੀਓ ਬੜੀ ਹੀ ਧਿਆਨ ਦੇ ਨਾਲ ਸੁਣਨ ਵਾਲੀ ਹੈ ਜੀ, ਜਿਸ ਤੋਂ ਤੁਹਾਨੂੰ ਬਹੁਤ ਹੀ ਵੱਡੀ ਸਿੱਖਿਆ ਮਿਲ ਜਾਵੇਗੀ। ਸਾਧ ਸੰਗਤ ਜੀ, ਹੁਣ ਗੱਲ ਸ਼ੁਰੂ ਕਰਦੇ ਹਾਂ ਜੀ। ਇੱਕ ਵਾਰ ਇੱਕ ਉੱਲੂ ਗਧੇ ਦੀ ਪਿੱਠ ਤੇ ਬੈਠ ਕੇ ਜੰਗਲ ਦੇ ਵਿੱਚ ਸੈਰ ਕਰਨ ਦੇ ਲਈ ਜਾ ਰਿਹਾ ਸੀ। ਉੱਲੂ ਦਾ ਮਕਸਦ ਗਧੇ ਨੂੰ ਰਸਤਾ ਦੱਸਣਾ ਨਹੀਂ ਸੀ। ਉੱਲੂ ਦਾ ਮਕਸਦ ਤਾਂ ਗਧੇ ਨੂੰ ਮੂਰਖ ਬਣਾ ਕੇ ਉਸ ਤੇ ਸਵਾਰੀ ਕਰਨਾ ਸੀ। ਉਹ ਗਧਾ ਚੱਲਦੇ ਚੱਲਦੇ ਇੱਕ ਪਿੰਡ ਦੇ ਨਜ਼ਦੀਕ ਪਹੁੰਚ ਜਾਂਦਾ ਹੈ ਤੇ ਉੱਲੂ ਉਸ ਨੂੰ ਫਿਰ ਜੰਗਲ ਵਿੱਚ ਵਾਪਸ ਲੈ ਆਉਂਦਾ ਹੈ। ਵਿਚਾਰਾ ਭੋਲਾ ਭਾਲਾ ਗਧਾ ਉੱਲੂ ਤੇ ਚਲਾਕ ਦਿਮਾਗ ਦਾ ਸ਼ਿਕਾਰ ਬਣ ਜਾਂਦਾ ਹੈ। ਉੱਲੂ ਆਖਦਾ ਹੈ, ਵੇਖ ਭਾਈ, ਅਜੇ ਸਫ਼ਰ ਕੁਝ ਲੰਬਾ ਹੈ। ਸ਼ਹਿਰ ਤੱਕ ਪਹੁੰਚਣ ਵਿੱਚ ਬੜੀ ਦੇਰ ਲੱਗ ਜਾਵੇਗੀ। ਉਦੋਂ ਤੱਕ ਮੈਂ ਤੈਨੂੰ ਇੱਕ ਕਹਾਣੀ ਸੁਣਾ ਦਿੰਦਾ ਹਾਂ, ਤੂੰ ਧਿਆਨ ਦੇ ਕੇ ਸੁਣਨੀ। ਕੀ ਤੂੰ ਜਾਣਨਾ ਚਾਹੁੰਦਾ ਹੈ ਕਿ ਉਹ ਕਿਹੜੀ ਚੀਜ਼ ਹੈ ਜੋ ਦੁਨੀਆ ਦੇ ਹੱਥ ਵਿੱਚ ਨਹੀਂ ਦੇਣੀ ਚਾਹੀਦੀ, ਚਾਹੇ ਕੋਈ ਸਾਡਾ ਕਿੰਨਾ ਵੀ ਸਕਾ ਕਿਉਂ ਨਾ ਹੋਵੇ? ਗਧੇ ਨੇ ਕਿਹਾ, ਹਾਂ ਵੀਰ, ਮੈਨੂੰ ਇਹ ਗੱਲ ਤੂੰ ਜ਼ਰੂਰ ਦੱਸ। ਅਕਸਰ ਮੈਨੂੰ ਲੋਕ ਭੋਲਾ ਭਾਲਾ ਸਮਝ ਕੇ ਮੇਰਾ ਫਾਇਦਾ ਚੁੱਕ ਲੈਂਦੇ ਹਨ ਤੇ ਮੇਰੇ ਤੋਂ ਚੀਜ਼ਾਂ ਉਧਾਰ ਮੰਗ ਕੇ ਲੈ ਜਾਂਦੇ ਹਨ। ਜੇਕਰ ਤੁਸੀਂ ਮੈਨੂੰ ਪਹਿਲਾਂ ਹੀ ਇਹ ਸਭ ਕੁਝ ਦੱਸ ਦਿਓ ਤਾਂ ਮੈਂ ਫਿਰ ਪਹਿਲਾਂ ਹੀ ਚੌਕਸ ਹੋ ਜਾਵਾਂਗਾ, ਕਿਸੇ ਨੂੰ ਚੀਜ਼ਾਂ ਨਹੀਂ ਦੇਵਾਂਗਾ। ਤਾਂ ਉੱਲੂ ਆਖਦਾ ਹੈ, ਬਹੁਤ ਪੁਰਾਣੇ ਸਮੇਂ ਦੀ ਗੱਲ ਹੈ। ਕਿਸੇ ਸ਼ਹਿਰ ਦੇ ਵਿੱਚ ਇੱਕ ਰਾਜਾ ਰਾਜ ਕਰਦਾ ਸੀ। ਉਸ ਰਾਜੇ ਦੀ ਕੋਈ ਔਲਾਦ ਨਹੀਂ ਸੀ ਤੇ ਜਦੋਂ ਵੀ ਰਾਜਾ ਨਗਰ ਦੇ ਵਿੱਚ ਬਾਹਰ ਨਿਕਲਦਾ ਸੀ ਤਾਂ ਲੋਕ ਉਸ ਨੂੰ ਵੇਖ ਕੇ ਆਖਦੇ ਸੀ ਕਿ ਇਹ ਪਿਛਲੇ ਜਨਮਾਂ ਦੇ ਵਿੱਚ ਮਹਾਪਾਪੀ ਹੋਵੇਗਾ, ਤਾਂ ਹੀ ਇਸ ਦੇ ਘਰ ਵਿੱਚੋਂ ਕੋਈ ਔਲਾਦ ਨਹੀਂ ਹੋਈ। ਸਵੇਰੇ ਸਵੇਰੇ ਇਸ ਦਾ ਮੂੰਹ ਵੇਖਣਾ ਪੈ ਜਾਵੇ ਤਾਂ ਸ਼ਾਮ ਤੱਕ ਭੋਜਨ ਵੀ ਨਸੀਬ ਨਹੀਂ ਹੁੰਦਾ ਤੇ ਨਾ ਹੀ ਸਾਡਾ ਕੋਈ ਕੰਮ ਬਣਦਾ ਹੈ। ਤਾਂ ਪਹਿਲਾਂ ਜੇਕਰ ਬਣਨਾ ਵੀ ਹੋਵੇ ਤਾਂ ਫਿਰ ਵਿਗੜ ਜਾਂਦਾ ਹੈ। ਸੋ ਸਾਧ ਸੰਗਤ ਜੀ, ਆਪਣੀ ਪਰਜਾ ਦੇ ਮੂੰਹੋਂ ਇਹੋ ਜਿਹੀਆਂ ਗੱਲਾਂ ਸੁਣ ਕੇ ਰਾਜਾ ਬੜਾ ਦੁਖੀ ਹੁੰਦਾ। ਰਾਜਾ ਚੰਗੀ ਤਰ੍ਹਾਂ ਜਾਣਦਾ ਸੀ ਕਿ ਲੋਕ ਕੁਝ ਨਾ ਕੁਝ ਕਮੀ ਤਾਂ ਹਰ ਵੇਲੇ ਮੇਰੇ ਵਿੱਚ ਕੱਢ ਦਿੰਦੇ ਹਨ। ਜਦੋਂ ਤੱਕ ਔਲਾਦ ਨਹੀਂ ਹੋਵੇਗੀ ਉਦੋਂ ਤੱਕ ਮੈਨੂੰ ਇਹਨਾਂ ਦੇ ਤਾਨੇ ਮਿਹਣੇ ਸੁਣਨ ਨੂੰ ਮਿਲ ਜਾਣਗੇ। ਰਾਜਾ ਤੇ ਰਾਣੀ ਉਦਾਸ ਰਹਿਣ ਲੱਗੇ। ਇੱਕ ਦਿਨ ਰਾਜਾ ਆਪਣੀ ਰਾਣੀ ਦੇ ਨਾਲ ਮਹਿਲ ਵਿੱਚ ਟਹਿਲ ਰਿਹਾ ਸੀ ਤੇ ਉਸਦੇ ਮਨ ਵਿੱਚ ਇਹ ਗੱਲ ਚੱਲ ਰਹੀ ਸੀ ਕਿ ਪਰਮਾਤਮਾ ਨੇ ਮੇਰੀ ਕਿਹੋ ਜਿਹੀ ਕਿਸਮਤ ਲਿਖ ਦਿੱਤੀ ਹੈ। ਜੇਕਰ ਤੂੰ ਰਾਜ ਦਿੱਤਾ ਸੀ ਪਰਮਾਤਮਾ ਤਾਂ ਰਾਜ ਨੂੰ ਚਲਾਉਣ ਵਾਲਾ ਵੀ ਦੇ ਦੇਣਾ ਸੀ। ਅੱਜ ਸਾਡੀ ਇਹ ਦਸ਼ਾ ਫਿਰ ਨਾ ਹੁੰਦੀ। ਜਿੱਧਰ ਵੀ ਅਸੀਂ ਜਾਂਦੇ ਹਾਂ ਉੱਧਰ ਹੀ ਲੋਕ ਸਾਨੂੰ ਗੱਲਾਂ ਸੁਣਾਉਂਦੇ ਹਨ ਤੇ ਸਾਡਾ ਦਿਲ ਫਿਰ ਛੰਨੀ ਹੋ ਜਾਂਦਾ ਹੈ। ਆਪਣੇ ਪਤੀ ਦੇ ਚਿਹਰੇ ਦੀ ਉਦਾਸੀ ਵੇਖ ਕੇ ਰਾਣੀ ਸਮਝ ਜਾਂਦੀ ਸੀ ਕਿ ਰਾਜਾ ਬਹੁਤ ਹੀ ਦੁਖੀ ਹੈ। ਰਾਣੀ ਹੱਥ ਜੋੜ ਕੇ ਪੁੱਛਦੀ ਹੈ, ਮਹਾਰਾਜ, ਗੱਲ ਕੀ ਹੈ? ਰੋਜ਼ ਤਾਂ ਤੁਸੀਂ ਖੁਸ਼ ਨਜ਼ਰ ਆਉਂਦੇ ਹੋ ਪਰ ਅੱਜ ਤੁਸੀਂ ਕੁਝ ਡੂੰਘੀ ਚਿੰਤਾ ਵਿੱਚ ਡੁੱਬੇ ਹੋਏ ਹੋ। ਰਾਜੇ ਨੇ ਰਾਣੀ ਨੂੰ ਕਿਹਾ, ਤੂੰ ਮੈਨੂੰ ਮੇਰੇ ਹਾਲ ਤੇ ਛੱਡ ਦੇ, ਤੈਨੂੰ ਚਿੰਤਾ ਕਰਨ ਦੀ ਮੇਰੀ ਕੋਈ ਲੋੜ ਨਹੀਂ ਹੈ। ਤਾਂ ਰਾਣੀ ਆਖਦੀ ਹੈ, ਮਹਾਰਾਜ, ਤੁਸੀਂ ਇਸ ਤਰ੍ਹਾਂ ਕਿਉਂ ਕਹਿ ਰਹੇ ਹੋ? ਮੈਂ ਤੁਹਾਡੀ ਪਤਨੀ ਹਾਂ, ਤੁਹਾਡੇ ਉੱਪਰ ਮੇਰਾ ਪੂਰਾ ਅਧਿਕਾਰ ਹੈ, ਤੁਹਾਡੇ ਦੁੱਖ ਸੁੱਖ ਦੀ ਮੈਂ ਸਾਥੀ ਹਾਂ। ਆਪਣੀ ਰਾਣੀ ਦੀਆਂ ਗੱਲਾਂ ਸੁਣ ਕੇ ਰਾਜਾ ਕਹਿੰਦਾ ਹੈ ਕਿ ਮਹਾਰਾਣੀ, ਜੇਕਰ ਤੂੰ ਮੇਰੀ ਚਿੰਤਾ ਦਾ ਕਾਰਨ ਜਾਣਨਾ ਚਾਹੁੰਦੀ ਹੈ ਤਾਂ ਉਸ ਦਾ ਕਾਰਨ ਇਹ ਹੈ ਕਿ ਅਸੀਂ ਦੋਵੇਂ ਹੀ ਬੇਔਲਾਦ ਹਾਂ। ਜਦੋਂ ਵੀ ਮੈਂ ਨਗਰ ਵਿੱਚ ਜਾਂਦਾ ਹਾਂ ਤਾਂ ਲੋਕ ਮੈਨੂੰ ਵੇਖ ਕੇ ਮੂੰਹ ਫੇਰ ਲੈਂਦੇ ਹਨ। ਦੁਨੀਆ ਦੀਆਂ ਗੱਲਾਂ ਮੇਰੇ ਕੋਲ ਸੁਣੀਆਂ ਨਹੀਂ ਜਾਂਦੀਆਂ। ਮੈਂ ਪਰਮਾਤਮਾ ਤੋਂ ਪੁੱਛਣਾ ਚਾਹੁੰਦਾ ਹਾਂ
कि परमात्मा मैं पिछले जन्म विच इहो जिहा किहड़ा पाप कीता सी जो मैनूं इस जन्म विच झुकना पै रिहा है जां चुकाउणा पै रिहा है ते सानूं बेऔलाद रहना पै रिहा है। एक वार जे साडे घर औलाद पैदा हो जांदी भला जन्म लैंदे भावें जन्म लैंदियां ही मर जांदी। महाराज दा दुख वेख के राणी सोचण लगी कि मैं अपने महाराज नूं खुश करन लई की करां। जो उसने सोचिया हकीकत विच तां नहीं, घट्टो घट झूठ बोल के ही महाराज नूं खुश कर देंदे हां। राणी कुछ दिनां बाद राजे नूं यह झूठी खबर देंदी है कि महाराज मेरे गर्भ ठहर गया है, हुण तुहानूं औलाद नूं लैके कोई चिंता नहीं होवेगी। हुण बहुत ही जल्द साडे महल दे विच छोटा बाल खेडेगा। जल्द ही सानूं अपने राजे दे लई एक उत्तराधिकारी मिलण वाला है। राणी दी यह गल सुण के राजे दे मरे होए शरीर विच जान पै जांदी है। राजा एकदम चौंक के कहण लग्या, राणी तू यह की कह रही है, किते तू झूठ तां नहीं बोल रही। राणी ने कहा, नहीं महाराज ये सच है, मैं गर्भवती हाँ। भला इस बारे मैं तुहानूं झूठ क्यों बोलांगी, मेरा विश्वास करो। साध संगत जी राजे नूं अपनी राणी दी गल ते विश्वास हो जांदा है ते उसदे चेहरे दी खुशी दी लहर दौड़न लग जांदी है। खुशी विच आके ओह दरबार विच दान करदी है, दान करदा भी है ते ऐलान कर देंदा है कि उसदी राणी गर्भवती है ते ओह बहुत ही जल्दी उसदे घर विच बच्चे दीयां किलकारियां गूंजण वालियां हन। समा बीतदा गया। जिवें जिवें समा बीतदा गया राणी दीयां चिंतावां वधण लगीਆਂ। ਉਹ ਆਪਣੇ पेट ते कपड़े बन के रखदी सी। ਜਦੋਂ 9 ਮਹੀਨੇ ਦਾ ਸਮਾਂ ਪੂਰਾ ਹੋ ਗਿਆ ਤਾਂ ਰਾਣੀ ਹੋਰ ਵੀ ਜ਼ਿਆਦਾ ਘਬਰਾਉਣ ਲੱਗੀ। ਹੁਣ ਕੀ ਹੋਵੇਗਾ? ਮੈਂ ਤਾਂ ਆਪਣੇ ਮਹਾਰਾਜ ਨੂੰ ਖੁਸ਼ ਕਰਨ ਲਈ ਸਿਰਫ ਉਹਨਾਂ ਨੂੰ ਝੂਠ ਬੋਲਿਆ ਸੀ। ਹੁਣ ਮੈਂ ਉਹਨਾਂ ਨੂੰ ਬੱਚਾ ਕਿੱਥੋਂ ਲਿਆ ਕੇ ਦੇਵਾਂਗੀ? ਪਰ ਅੱਜ ਮੈਂ ਉਹਨਾਂ ਨੂੰ ਸੱਚ ਦੱਸ ਦੇਣਾ ਹੈ ਤਾਂ ਮਹਾਰਾਜ ਇਹ ਝੂਠ ਬਰਦਾਸ਼ਤ ਨਹੀਂ ਕਰ ਸਕਣਗੇ ਤੇ ਉਹ ਤਾਂ ਮੈਨੂੰ ਮਾਰ ਹੀ ਦੇਣਗੇ ਤੇ ਖੁਦ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ। ਰਾਣੀ ਇਹ ਗੱਲਾਂ ਤੇ ਸੋਚਾਂ ਵਿੱਚ ਪੈ ਕੇ ਪਰੇਸ਼ਾਨ ਹੋ ਰਹੀ ਸੀ ਤੇ ਸੋਚ ਰਹੀ ਸੀ ਕਿ ਹੁਣ ਕਰਾਂ ਤੇ ਕੀ ਕਰਾਂ। ਰਾਣੀ ਦੀ ਇੱਕ ਦਾਸੀ ਬੜੀ ਹੀ ਪਿਆਰੀ ਸੀ। ਉਸਨੇ ਦਾਸੀ ਨੂੰ ਕਿਹਾ, ਜੇਕਰ ਤੂੰ ਮੇਰਾ ਸਾਥ ਦੇਵੇਂ ਤਾਂ ਮੈਂ ਮਹਾਰਾਜ ਨੂੰ ਕੁਝ ਦਿਨ ਝੂਠ ਬੋਲ ਕੇ ਖੁਸ਼ ਰੱਖਣ ਦੀ ਕੋਸ਼ਿਸ਼ ਕਰਾਂਗੇ। ਇਹ ਗੱਲ ਦਾਸੀ ਪਹਿਲਾਂ ਤੋਂ ਹੀ ਜਾਣਦੀ ਸੀ ਕਿ ਰਾਣੀ ਦੀ ਕੁੱਖ ਵਿੱਚ ਬੱਚਾ ਨਹੀਂ ਹੈ। ਦਾਸੀ ਇਹ ਕੰਮ ਕਰਨ ਨੂੰ ਸਹਿਮਤ ਹੋ ਜਾਂਦੀ ਹੈ। ਉਹ ਕਹਿੰਦੀ, ਰਾਣੀ ਜੀ ਜਿਵੇਂ ਤੁਸੀਂ ਦੱਸੋਗੇ ਮੈਂ ਉਵੇਂ ਹੀ ਕਰਨ ਨੂੰ ਤਿਆਰ ਹਾਂ। ਤੁਹਾਡਾ ਇਹ ਰਹੱਸ ਹਮੇਸ਼ਾ ਗੁਪਤ ਰਹੇਗਾ। ਇਸ ਦੀ ਭਿਣਕ ਤੱਕ ਵੀ ਕਿਸੇ ਨੂੰ ਨਹੀਂ ਲੱਗੇਗੀ, ਚਾਹੇ ਮੇਰੀ ਜਾਨ ਕਿਉਂ ਨਾ ਚਲੀ ਜਾਵੇ। ਪਰ ਮੈਂ ਇਹ ਭੇਦ ਕਦੇ ਵੀ ਰਾਜਾ ਜੀ ਨੂੰ ਨਹੀਂ ਦੱਸਾਂਗੀ ਕਿ ਤੁਸੀਂ ਰਾਜਾ ਸਹਿਮ ਨੂੰ ਝੂਠ ਬੋਲਿਆ ਹੈ। ਰਾਣੀ ਦੇ ਕਹਿਣ ਅਨੁਸਾਰ ਦਾਸੀ ਨੇ ਰਾਜੇ ਨੂੰ ਜਾ ਕੇ ਵਧਾਈ ਦਿੱਤੀ ਤੇ ਕਿਹਾ, ਵੱਡੀ ਰਾਣੀ ਨੇ ਬੜੇ ਹੀ ਸੋਹਣੇ ਪੁੱਤਰ ਨੂੰ ਜਨਮ ਦਿੱਤਾ ਹੈ। ਰਾਜੇ ਨੇ ਸੁਣਿਆ ਤਾਂ ਉਸਦੇ ਖੁਸ਼ੀ ਦੇ ਮਾਰੇ ਦਰਬਾਰ ਵਿੱਚ ਐਲਾਨ ਕਰ ਦਿੱਤਾ। ਰਾਜਾ ਬੱਚੇ ਨੂੰ ਵੇਖਣ ਲਈ ਬੜਾ ਹੀ ਵਿਆਕੁਲ ਹੋ ਗਿਆ ਸੀ। ਰਾਜਾ ਇੱਕਦਮ ਆਪਣੇ ਪੁੱਤਰ ਨੂੰ ਦੇਖਣ ਲਈ ਮਹਿਲ ਵੱਲ ਭੱਜਿਆ ਹੀ ਜਾ ਰਿਹਾ ਸੀ। ਰਾਣੀ ਵੀ ਇਹ ਗੱਲ ਜਾਣਦੀ ਸੀ ਕਿ ਮਹਾਰਾਜ ਬੱਚੇ ਨੂੰ ਵੇਖਣ ਜ਼ਰੂਰ ਆਉਣਗੇ। ਇਸ ਲਈ ਰਾਣੀ ਨੇ ਪੰਡਿਤ ਨੂੰ ਪਹਿਲਾਂ ਹੀ ਬਹੁਤ ਸਾਰਾ ਧਨ ਦੇ ਕੇ ਇਹ ਕਹਿਣ ਲਈ ਮਜਬੂਰ ਕਰ ਦਿੱਤਾ, ਰਾਜਾ ਸਾਹਿਬ ਤੁਸੀਂ ਇਹ ਕਹਿਣਾ ਹੈ ਕਿ ਉਹ ਹਜੇ ਬੱਚੇ ਦਾ ਮੂੰਹ ਨਹੀਂ ਦੇਖ ਸਕਦੇ। ਰਾਜੇ ਨੇ ਪੁੱਛਿਆ ਕਿ ਇਸ ਤਰ੍ਹਾਂ ਕਿਉਂ? ਪੰਡਿਤ ਨੇ ਕਿਹਾ, ਮਹਾਰਾਜ ਜੇਕਰ ਤੁਸੀਂ ਇਸ ਬੱਚੇ ਦੇ ਦਰਸ਼ਨ ਕਰੋਗੇ ਤਾਂ ਤੁਹਾਡੇ ਉੱਪਰ ਬੜਾ ਵੱਡਾ ਦੋਸ਼ ਲੱਗ ਜਾਵੇਗਾ। ਬੱਚੇ ਦੇ ਪ੍ਰਾਣ ਸੰਕਟ ਵਿੱਚ ਪੈ ਸਕਦੇ ਹਨ। ਇਸ ਲਈ ਪੁੱਤਰ ਨੂੰ ਵੇਖਣ ਦੀ ਜਿੱਦ ਨਾ ਕਰੋ। ਪੁੱਤਰ ਤੁਹਾਡਾ ਹੈ ਤੇ ਤੁਹਾਡੇ ਹੀ ਮਹਿਲ ਵਿੱਚ ਰਹੇਗਾ। ਤੁਹਾਨੂੰ ਇਹੀ ਸਭ ਤੋਂ ਵੱਡੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਭਗਵਾਨ ਦੀ ਕਿਰਪਾ ਦੇ ਨਾਲ ਤੁਹਾਡੇ ਘਰ ਵਿੱਚ ਮੁੰਡੇ ਨੇ ਜਨਮ ਲਿਆ ਹੈ। ਮਹਾਰਾਜ ਜਦੋਂ ਤੁਹਾਡਾ ਪੁੱਤਰ ਵੱਡਾ ਹੋ ਜਾਵੇਗਾ, ਉਹ ਵਿਆਹ ਦੇ ਲਾਇਕ ਹੋ ਜਾਵੇਗਾ, ਉਸ ਸਮੇਂ ਤੁਸੀਂ ਆਪਣੇ ਪੁੱਤਰ ਨੂੰ ਵੇਖ ਸਕਦੇ ਹੋ। ਸਾਧ ਸੰਗਤ ਜੀ ਆਪਣੇ ਹੀ ਕੁੱਲ ਦੀ ਗੱਲ ਸੁਣ ਕੇ ਰਾਜੇ ਨੂੰ ਪਹਿਲਾਂ ਤਾਂ ਬਹੁਤ ਦੁੱਖ ਹੋਇਆ। ਫਿਰ ਸੋਚਿਆ ਚਲੋ ਕੋਈ ਗੱਲ ਨਹੀਂ, ਘਰ 'ਚ ਤਾਂ ਰਹੇਗਾ, ਕਦੇ ਨਾ ਕਦੇ ਵੇਖਣ ਨੂੰ ਮਿਲ ਹੀ ਜਾਵੇਗਾ। ਉਧਰ ਰਾਣੀ ਮਹਿਲ ਵਿੱਚ ਬੈਠ ਕੇ ਬਹੁਤ ਰੋਂਦੀ ਹੈ ਕਿ ਮੈਂ ਮਹਾਰਾਜ ਨੂੰ ਝੂਠੀ ਸਫਾਈ ਦੇ ਕੇ ਚੰਗਾ ਨਹੀਂ ਕੀਤਾ। ਪੁੱਤਰ ਦੇ ਵਿਆਹ ਤੱਕ ਅਸੀਂ ਕਿਵੇਂ ਰਹਾਂਗੇ, ਪਰ ਉਸ ਤੋਂ ਬਾਅਦ ਕੀ ਹੋਵੇਗਾ? ਇਹ ਸਭ ਸੋਚ ਕੇ ਰਾਣੀ ਦਾ ਕਲੇਜਾ ਬੈਠਦਾ ਹੀ ਜਾ ਰਿਹਾ ਸੀ। ਦਾਸੀ ਨੇ ਕਿਹਾ, ਰਾਣੀ ਘਬਰਾਓ ਨਾ, ਪੁੱਤ ਦੇ ਜਵਾਨ ਹੋਣ ਤੱਕ ਤਸੱਲੀ ਰੱਖੋ, ਉਸ ਤੋਂ ਬਾਅਦ ਕੋਈ ਹੋਰ ਰਸਤਾ ਭਗਵਾਨ ਜ਼ਰੂਰ ਕੱਢ ਦੇਣਗੇ। ਇੱਧਰ ਸਮਾਂ ਲੰਘਦਾ ਰਿਹਾ। ਹੌਲੀ ਹੌਲੀ 20 ਸਾਲ ਬੀਤ ਗਏ। ਇੱਧਰ ਰਾਜੇ ਨੂੰ ਲੱਗਿਆ ਕਿ ਹੁਣ ਸਾਡਾ ਪੁੱਤਰ ਜਵਾਨ ਹੋ ਗਿਆ ਹੈ
ਤੇ ਰਾਜੇ ਨੇ ਇਹ ਫਰਮਾਨ ਕਢਵਾ ਦਿੱਤਾ, ਸਾਡਾ ਰਾਜਕੁਮਾਰ ਵਿਆਹ ਦੇ ਯੋਗ ਹੋ ਗਿਆ ਹੈ। ਉਸ ਦੇ ਲਈ ਰਿਸ਼ਤੇ ਆਉਣ ਲੱਗੇ। ਕਈ ਰਾਜਾ ਮਹਾਰਾਜਾ ਨੇ ਇਥੋਂ ਨਾਈ ਪੰਡਤ ਆਏ ਰਾਜੇ ਨਾਲ ਵਿਆਹ ਦੀ ਗੱਲਬਾਤ ਕਰਨ ਲਈ ਤੇ ਕਹਿਣ ਲੱਗੇ, ਮਹਾਰਾਜ ਤੁਸੀਂ ਆਪਣੇ ਰਾਜਕੁਮਾਰ ਨੂੰ ਦਿਖਾਓ ਤਾਂ ਸਹੀ, ਅਸੀਂ ਆਪਣੇ ਰਾਜਕੁਮਾਰੀ ਦਾ ਰਿਸ਼ਤਾ ਤੁਹਾਡੇ ਰਾਜਕੁਮਾਰ ਦੇ ਨਾਲ ਕਰਨਾ ਚਾਹੁੰਦੇ ਹਾਂ। ਰਾਜਾ ਤੁਰੰਤ ਆਪਣੀ ਰਾਣੀ ਦੇ ਕਮਰੇ ਵਿੱਚ ਪਹੁੰਚ ਜਾਂਦਾ ਹੈ ਤੇ ਬੋਲਿਆ, ਸਾਡੇ ਪੁੱਤਰ ਨੂੰ ਵੇਖਣ ਵਾਲੇ ਆਏ ਹਨ, ਜੇਕਰ ਤੂੰ ਕਹੇ ਤਾਂ ਮੈਂ ਵਿਆਹ ਲਈ ਗੱਲ ਕਰਾਂ। ਪੁੱਤਰ ਦਾ ਵਿਆਹ ਤਾਂ ਇੱਕ ਨਾ ਇੱਕ ਦਿਨ ਹੋਣਾ ਹੀ ਹੈ ਤੇ ਮੈਨੂੰ ਬੜੀ ਉਤਸੁਕਤਾ ਹੈ ਕਿ ਜਲਦੀ ਜਲਦੀ ਮੇਰੇ ਪੁੱਤਰ ਦਾ ਵਿਆਹ ਹੋ ਜਾਵੇ ਤੇ ਮੈਂ ਉਸ ਦੇ ਦਰਸ਼ਨ ਕਰ ਸਕਾਂ। ਹੁਣ ਰਾਣੀ ਇਹ ਕਿਵੇਂ ਕਹਿ ਦੇਵੇ ਕਿ ਪੁੱਤਰ ਤਾਂ ਹੈ ਹੀ ਨਹੀਂ। ਹੁਣ ਰਾਣੀ ਨੇ ਫਿਰ ਬਹਾਨਾ ਬਣਾ ਦਿੱਤਾ ਤੇ ਝੂਠ ਬੋਲ ਦਿੱਤਾ, ਮਹਾਰਾਜ ਤੁਹਾਡੀ ਗੱਲ ਤਾਂ ਸਹੀ ਹੈ, ਕਿਉਂਕਿ ਰਿਸ਼ਤਾ ਕਰਨ ਵਾਲੇ ਲੋਕ ਆਏ ਹਨ ਤਾਂ ਉਹਨਾਂ ਨੂੰ ਤਾਂ ਲੜਕਾ ਦਿਖਾਉਣਾ ਹੀ ਪਵੇਗਾ। ਪਰ ਇੱਕ ਗੱਲ ਬਹੁਤ ਵੱਡੀ ਹੈ। ਰਾਜਾ ਕਹਿਣ ਲੱਗਾ, ਉਹ ਕਿਹੜੀ? ਰਾਣੀ ਨੇ ਕਿਹਾ, ਮਹਾਰਾਜ ਮਾਫ ਕਰਨਾ, ਸਾਡੇ ਕੋਲ ਦਾ ਕਹਿਣਾ ਹੈ ਕਿ ਲੜਕਾ ਜੇਕਰ ਇੱਥੇ ਦਿਖਾ ਦਿੱਤਾ ਤਾਂ ਬਹੁਤ ਵੱਡੀ ਹਾਨੀ ਹੋ ਸਕਦੀ ਹੈ, ਲੜਕੇ ਦੀ ਮੌਤ ਵੀ ਹੋ ਸਕਦੀ ਹੈ। ਜਿਨ੍ਹਾਂ ਨੇ ਰਿਸ਼ਤਾ ਤੈਅ ਕਰਨਾ ਹੈ ਉਹ ਇਸ ਸ਼ਰਤ ਤੇ ਕਰ ਲੈਣ, ਮੁੰਡਾ ਜਦੋਂ ਦੁਲਹਾ ਬਣ ਕੇ ਸਹੁਰੇ ਘਰ ਆਵੇਗਾ ਉਦੋਂ ਹੀ ਵੇਖਣ, ਬਿਨਾਂ ਵੇਖੇ ਹੀ ਰਿਸ਼ਤਾ ਤੈਅ ਕਰਨਾ ਹੈ ਤਾਂ ਉਹ ਕਰ ਸਕਦੇ ਹਨ, ਨਹੀਂ ਤਾਂ ਵਾਪਸ ਚਲੇ ਜਾਣ। ਰਾਣੀ ਦੀ ਗੱਲ ਸੁਣ ਕੇ ਰਾਜਾ ਫਿਰ ਵਾਪਸ ਚਲਾ ਜਾਂਦਾ ਹੈ ਤੇ ਜੋ ਰਿਸ਼ਤਾ ਲੈ ਕੇ ਆਏ ਸੀ ਸਾਰੀ ਗੱਲ ਉਹਨਾਂ ਨੂੰ ਕਹਿ ਦਿੰਦਾ ਹੈ ਕਿ ਮੈਨੂੰ ਮਾਫ ਕਰ ਦਿਓ, ਬਿਨਾਂ ਵੇਖੇ ਜੇਕਰ ਤੁਸੀਂ ਰਿਸ਼ਤਾ ਤੈਅ ਕਰਨਾ ਚਾਹੁੰਦੇ ਹੋ ਤਾਂ ਅਸੀਂ ਤਿਆਰ ਹਾਂ। ਇਹ ਗੱਲ ਸੁਣ ਕੇ ਉੱਥੋਂ ਲੋਕ ਸਾਰੇ ਵਾਪਸ ਚਲੇ ਜਾਂਦੇ ਹਨ। ਇੱਕ ਰਾਜਾ ਇਸ ਤਰ੍ਹਾਂ ਆਉਂਦਾ ਹੈ ਜੋ ਬਿਨਾਂ ਰਾਜਕੁਮਾਰ ਨੂੰ ਵੇਖੇ ਹੀ ਆਪਣੀ ਧੀ ਦਾ ਰਿਸ਼ਤਾ ਤੈਅ ਕਰ ਜਾਂਦਾ ਹੈ ਤੇ ਆਖਦਾ ਹੈ ਕਿ ਕੋਈ ਗੱਲ ਨਹੀਂ, ਲੜਕਾ ਤਾਂ ਅਸੀਂ ਮੰਡਪ ਵਿੱਚ ਵੇਖ ਲਵਾਂਗੇ, ਉੱਥੇ ਹੀ ਦੇਖ ਲਾਂਗੇ, ਇਸ ਵਿੱਚ ਕਿਹੜੀ ਵੱਡੀ ਗੱਲ ਹੈ। ਉਹ ਰਾਜਾ ਆਪਣੀ ਧੀ ਦਾ ਰਿਸ਼ਤਾ ਉਸਦੇ ਮੁੰਡੇ ਨਾਲ ਤੈਅ ਕਰਕੇ ਆਪਣੇ ਘਰ ਚਲਿਆ ਜਾਂਦਾ ਹੈ, ਜਿਸ ਮੁੰਡੇ ਦਾ ਅਜੇ ਜਨਮ ਵੀ ਨਹੀਂ ਸੀ ਹੋਇਆ। ਉਹ ਸਿਰਫ ਰਾਜੇ ਦੀਆਂ ਕਲਪਨਾਵਾਂ ਵਿੱਚ ਸੀ। ਉਧਰ ਜਾ ਕੇ ਰਾਜਾ ਵਿਆਹ ਦੀਆਂ ਤਿਆਰੀਆਂ ਕਰਨ ਲੱਗਦਾ ਹੈ ਤੇ ਰਾਜਾ ਸਾਰੀ ਆਪਣੀ ਗੱਲ ਰਾਣੀ ਨੂੰ ਜਾ ਕੇ ਦੱਸਦਾ ਹੈ। ਰਾਜੇ ਦੀ ਗੱਲ ਸੁਣ ਕੇ ਰਾਣੀ ਨੇ ਕੁਝ ਜਵਾਬ ਨਾ ਦਿੱਤਾ ਤੇ ਕਹਿਣ ਲੱਗੀ, ਠੀਕ ਹੈ, ਅਸੀਂ ਤਿਆਰ ਹਾਂ, ਤੁਸੀਂ ਵਿਆਹ ਦੀ ਤਿਆਰੀ ਕਰੋ। ਰਾਜਾ ਕੁਝ ਸਮਾਂ ਰਾਣੀ ਕੋਲ ਬੈਠ ਕੇ ਉਸ ਤੋਂ ਬਾਅਦ ਰਾਜਾ ਦਰਬਾਰ ਵਿੱਚ ਚਲਿਆ ਜਾਂਦਾ ਹੈ ਤੇ ਰਾਣੀ ਦਾ ਮਨ ਬੜਾ ਉਦਾਸ ਹੁੰਦਾ ਹੈ। ਰਾਣੀ ਨੇ ਦਾਸੀ ਨੂੰ ਬੁਲਾਇਆ ਤੇ ਕਹਿਣ ਲੱਗੀ, ਹੁਣ ਤਾਂ ਮੇਰੇ ਪੁੱਤਰ ਦਾ ਵਿਆਹ ਵੀ ਤੈਅ ਹੋ ਗਿਆ ਹੈ ਤੇ ਤਰੀਕ ਵੀ ਤੈਅ ਹੋ ਚੁੱਕੀ ਹੈ। ਮੈਂ ਕੀ ਕਰਾਂ? ਇਸ ਗੱਲ ਨੂੰ ਮੈਂ ਕਿਵੇਂ ਛੁਪਾਵਾਂ? ਹੁਣ ਮੈਂ ਕਿਵੇਂ ਜਿੰਦਾ ਰਹਾਂਗੀ? ਮੈਂ ਇੰਨਾ ਵੱਡਾ ਝੂਠ ਕਿਉਂ ਬੋਲਿਆ? ਮੈਂ ਇਹ ਝੂਠ ਬੋਲ ਕੇ ਆਪਣੇ ਪਤੀ ਨੂੰ ਖੁਸ਼ ਨਹੀਂ ਸੀ ਕਰਨਾ। ਇਸ ਝੂਠ ਵਿੱਚ ਮੈਂ ਫਸਦੀ ਜਾ ਰਹੀ ਹਾਂ। ਸਾਧ ਸੰਗਤ ਜੀ, ਦਾਸੀ ਉਸ ਰਾਣੀ ਨੂੰ ਧੀਰਜ ਦਿਵਾਉਂਦੀ ਹੈ ਤੇ ਕਹਿੰਦੀ ਹੈ, ਜਦੋਂ ਤੁਸੀਂ ਝੂਠ ਬੋਲਿਆ ਤਾਂ ਪਰਮਾਤਮਾ ਨੂੰ ਪ੍ਰਾਰਥਨਾ ਕਰੋ ਕਿ ਤੁਹਾਡਾ ਝੂਠ ਫੜਿਆ ਨਾ ਜਾਵੇ। ਪਰਮਾਤਮਾ ਕੋਈ ਨਾ ਕੋਈ ਰਸਤਾ ਜ਼ਰੂਰ ਦਿਖਾਉਣਗੇ। ਉਧਰ ਵਿਆਹ ਦਾ ਦਿਨ ਵੀ ਆ ਜਾਂਦਾ ਹੈ। ਰਾਜਾ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਜ਼ੋਰ ਸ਼ੋਰ ਦੇ ਨਾਲ ਲੱਗਿਆ ਹੁੰਦਾ ਹੈ। ਰਾਜਾ ਰਾਣੀ ਨੂੰ ਆਖਦਾ ਹੈ ਕਿ ਆਪਣੇ ਪੁੱਤਰ ਨੂੰ ਲਾੜਾ ਬਣਾ ਕੇ ਤਿਆਰ ਕਰ, ਮੈਂ ਬਰਾਤ ਨੂੰ ਵੇਖਣਾ ਚਾਹੁੰਦਾ ਹਾਂ। ਇੱਧਰ ਰਾਣੀ ਦਾਸੀ ਕੋਲ ਬੈਠੀ ਰੋ ਰਹੀ ਸੀ ਤੇ ਕਹਿ ਰਹੀ ਸੀ, ਹੁਣ ਮੈਂ ਕੀ ਕਰਾਂ? ਫਿਰ ਰਾਣੀ ਨੇ ਦਾਸੀ ਨੂੰ ਕਿਹਾ, ਮੇਰੇ ਦਿਮਾਗ ਵਿੱਚ ਇੱਕ ਗੱਲ ਆਈ ਹੈ, ਹੁਣ ਜੋ ਵੀ ਹੋਵੇਗਾ ਵੇਖਿਆ ਜਾਵੇਗਾ। ਸਾਨੂੰ ਇਹ ਰਹੱਸ ਛੁਪਾ ਕੇ ਹੀ ਰੱਖਣਾ ਪਵੇਗਾ। ਤੂੰ ਇੱਕ ਕੰਮ ਕਰ, ਇੱਕ ਆਟੇ ਦਾ ਲਾੜਾ ਬਣਾ ਕੇ ਉਸ ਨੂੰ ਸਜਾ, ਚੰਗੀ ਤਰ੍ਹਾਂ ਪਾਲਕੀ ਵਿੱਚ ਬਿਠਾ ਦੇ ਤੇ ਸਾਰਿਆਂ ਨੂੰ ਕਹਿ ਕੇ ਪਾਲਕੀ ਨੂੰ ਰਸਤੇ ਵਿੱਚ ਕਿਸੇ ਨੇ ਖੋਲ ਕੇ ਨਹੀਂ ਵੇਖਣਾ। ਦਾਸੀ ਆਟੇ ਦਾ ਲਾੜਾ ਬਣਾ ਕੇ ਉਸ ਨੂੰ ਸਜਾ ਕੇ ਪਾਲਕੀ ਵਿੱਚ ਬਿਠਾ ਦਿੰਦੀ ਹੈ ਤੇ ਪਾਲਕੀ ਨੂੰ ਚਾਰਾਂ ਪਾਸਿਆਂ ਤੋਂ ਬੰਦ ਕਰ ਦਿੰਦੀ ਹੈ। ਇੱਧਰ ਮਹਾਰਾਜ ਬਰਾਤ ਲੈ ਕੇ ਚੱਲ ਪੈਂਦੇ ਹਨ। ਬਰਾਤ ਚੱਲਦੇ ਚੱਲਦੇ ਕਾਫੀ ਦੂਰ ਤੱਕ ਆ ਜਾਂਦੀ ਹੈ। ਸਾਰੇ ਥੱਕ ਵੀ ਜਾਂਦੇ ਹਨ ਤੇ ਸਾਰੇ ਸੋਚਦੇ ਹਨ ਕਿ ਇੱਥੇ ਹੀ ਜੰਗਲ ਵਿੱਚ ਥੋੜੀ ਦੇਰ ਆਰਾਮ ਕਰ ਲੈਂਦੇ ਹਾਂ। ਰਾਜੇ ਨੇ ਬਰਾਤੀਆਂ ਨੂੰ ਆਦੇਸ਼ ਦਿੱਤਾ ਕਿ ਪਾਲਕੀ ਨੂੰ ਇੱਥੇ ਰੱਖ ਦਿਓ, ਆਰਾਮ ਕਰਨ ਦਿਓ, ਬਾਅਦ ਵਿੱਚ ਫਿਰ ਅੱਗੇ ਵਧਾਂਗੇ। ਕੁਹਾਰਾਂ ਨੇ ਇੱਕ ਦਰਖਤ ਦੇ ਕੋਲ ਉਸ ਪਾਲਕੀ ਨੂੰ ਰੱਖ ਦਿੱਤਾ। ਜਿਸ ਦਰਖਤ ਦੇ ਕੋਲ ਪਾਲਕੀ ਰੱਖੀ ਹੋਈ ਸੀ ਉੱਥੇ ਇੱਕ ਖੁੱਡ ਸੀ, ਜਿਸ ਵਿੱਚ ਇੱਕ ਇੱਛਾਧਾਰੀ ਨਾਗ ਨਾਗਿਨ ਦਾ ਜੋੜਾ ਰਿਹਾ ਕਰਦਾ ਸੀ। ਨਾਗਣ ਨੇ ਜਦੋਂ ਪਾਲਕੀ ਵੇਖੀ ਤਾਂ ਆਪਣੇ ਪਤੀ ਨਾਗ ਨੂੰ ਕਹਿਣ ਲੱਗੀ, ਇਹ ਕਿਸ ਤਰ੍ਹਾਂ ਦੀ ਬਰਾਤ ਹੈ ਜਿਸ ਵਿੱਚ ਲਾੜਾ ਤਾਂ ਹੈ ਹੀ ਨਹੀਂ, ਇਸ ਵਿੱਚ ਤਾਂ ਆਟੇ ਦਾ ਲਾੜਾ ਬਣਾ ਕੇ ਰੱਖਿਆ ਹੋਇਆ ਹੈ। ਸਾਧ ਸੰਗਤ ਜੀ, ਇਹ ਗੱਲ ਨਾਗਣ ਨੇ ਆਪਣੇ ਪਤੀ ਨਾਗ ਨੂੰ ਦੱਸੀ ਤੇ ਕਹਿਣ ਲੱਗੀ, ਇਹ ਕਿਹੋ ਜਿਹੀ ਬਰਾਤ ਹੈ, ਲਾੜਾ ਕੋਈ ਨਹੀਂ, ਤੇ ਜਦੋਂ ਇਹ ਬਰਾਤ ਲਾੜੀ ਕੋਲ ਪਹੁੰਚੇਗੀ ਤਾਂ ਇਹਨਾਂ ਦਾ ਕੀ ਹਾਲ ਹੋਵੇਗਾ।
ਇੰਨਾ ਵੱਡਾ ਹਨੇਰਾ ਤਾਂ ਮੈਂ ਅੱਜ ਤੱਕ ਨਹੀਂ ਵੇਖਿਆ ਜੋ ਬਿਨਾਂ ਲਾੜੇ ਦੇ ਬਰਾਤ ਜਾ ਰਹੀ ਹੋਵੇ। ਨਾਗ ਕਹਿਣ ਲੱਗਾ, ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ, ਤੂੰ ਝੂਠ ਬੋਲ ਰਹੀ ਹੈ, ਮੈਨੂੰ ਵਿਖਾ। ਜਦੋਂ ਨਾਗ ਨੇ ਉਸ ਪਾਲਕੀ ਨੂੰ ਵੇਖਿਆ ਤਾਂ ਸੱਚਮੁੱਚ ਹੀ ਲਾੜਾ ਨਹੀਂ ਸੀ, ਸਗੋਂ ਆਟੇ ਦਾ ਲਾੜਾ ਬਣਾ ਕੇ ਰੱਖਿਆ ਹੋਇਆ ਸੀ। ਇਹ ਸਭ ਵੇਖ ਕੇ ਉਹ ਦੋਵੇਂ ਆਪਣੇ ਖੱਡ ਦੇ ਵਿੱਚ ਵਾਪਸ ਚਲੇ ਜਾਂਦੇ ਹਨ। ਉੱਥੇ ਪਹੁੰਚ ਕੇ ਨਾਗ ਨਾਗਣੀ ਨੂੰ ਕਹਿੰਦਾ ਹੈ, ਜੇਕਰ ਮੈਂ ਇਸ ਰਾਜੇ ਦੇ ਵਿਆਹ ਦੇ ਮੰਡਪ ਤੱਕ ਇਸ ਦੀ ਸ਼ੋਭਾ ਵਧਾ ਦੇਵਾਂ। ਤਾਂ ਨਾਗਣ ਕਹਿਣ ਲੱਗੀ, ਤੁਸੀਂ ਕਰਨਾ ਕੀ ਚਾਹੁੰਦੇ ਹੋ? ਮੈਂ ਕੁਝ ਸਮਝੀ ਨਹੀਂ। ਨਾਗ ਕਹਿੰਦਾ ਕਿ ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਤੇਰੀ ਇੱਛਾ ਹੋਵੇ ਤਾਂ ਮੈਂ ਇਸ ਆਟੇ ਦੇ ਲਾੜੇ ਦੇ ਕੋਲ ਜਾ ਕੇ ਬੈਠ ਜਾਂਦਾ ਹਾਂ, ਆਪਣਾ ਰੂਪ ਬਦਲ ਕੇ ਇਸ ਰਾਜੇ ਦਾ ਲੜਕਾ ਬਣ ਕੇ, ਲਾੜਾ ਬਣ ਕੇ ਇਸ ਦੀ ਇੱਜ਼ਤ ਬਚਾ ਲਵਾਂਗਾ। ਹੁਣ ਤੂੰ ਦੱਸ, ਜੇਕਰ ਇਹ ਰਾਜਾ ਬਿਨਾਂ ਲਾੜੇ ਦੇ ਬਰਾਤ ਲੈ ਕੇ ਜਾਵੇਗਾ, ਜਦੋਂ ਉੱਥੇ ਜਾ ਕੇ ਪਾਲਕੀ ਖੁੱਲੇਗੀ ਤਾਂ ਉਸ ਵਿੱਚ ਲਾੜਾ ਜਦੋਂ ਨਹੀਂ ਨਿਕਲੇਗਾ ਤਾਂ ਰਾਜੇ ਦੀ ਕਿੰਨੀ ਵੱਡੀ ਬਦਨਾਮੀ ਹੋ ਜਾਵੇਗੀ। ਤੇ ਇੱਥੇ ਇਹ ਰਾਜਾ ਪੁੱਤ ਨੂੰ ਵਿਆਹਣ ਲਈ ਜਾ ਰਿਹਾ ਸੀ, ਉਸ ਰਾਜੇ ਦੀ ਵੀ ਬੜੀ ਬਦਨਾਮੀ ਹੋ ਜਾਵੇਗੀ। ਜੇਕਰ ਤੇਰੀ ਸਹਿਮਤੀ ਹੋਵੇ ਤਾਂ ਇਸ ਰਾਜੇ ਦਾ ਮੁੰਡਾ ਬਣ ਕੇ ਇਸ ਦੇ ਵਿਆਹ ਵਾਲੇ ਮੰਡਪ ਤੱਕ ਇਸ ਦੀ ਸ਼ੋਭਾ ਵਧਾ ਸਕਦਾ ਹਾਂ। ਆਪਣੇ ਪਤੀ ਦੀ ਗੱਲ ਸੁਣ ਕੇ ਨਾਗਣ ਕਹਿਣ ਲੱਗੀ, ਮਹਾਰਾਜ, ਮੈਨੂੰ ਤੁਹਾਡੇ ਤੇ ਭਰੋਸਾ ਹੈ, ਪਰ ਮੈਨੂੰ ਡਰ ਹੈ ਕਿ ਤੁਸੀਂ ਲਾੜੇ ਦਾ ਭੇਸ ਬਣਾ ਕੇ ਰਾਜੇ ਦੀ ਧੀ ਨਾਲ ਜਦੋਂ ਵਿਆਹ ਕਰੋਗੇ ਤਾਂ ਤੁਸੀਂ ਉਸ ਦੇ ਪ੍ਰੇਮ ਜਾਲ ਵਿੱਚ ਫਸ ਜਾਓਗੇ ਤੇ ਮੈਨੂੰ ਭੁੱਲ ਜਾਓਗੇ। ਨਾਗ ਕਹਿਣ ਲੱਗਾ, ਤੂੰ ਮੇਰੇ ਤੇ ਵਿਸ਼ਵਾਸ ਕਰ, ਤੂੰ ਮੇਰੀ ਪਤਨੀ ਹੈ, ਅਸੀਂ ਨਾਗ ਵੰਸ਼ ਹਾਂ, ਸਾਨੂੰ ਇਸ ਨਾਲ ਕੋਈ ਮਤਲਬ ਨਹੀਂ, ਅਸੀਂ ਸਿਰਫ ਇਸ ਰਾਜ ਦੀ ਇੱਜ਼ਤ ਬਚਾਉਣੀ ਹੈ। ਇਸ ਲਈ ਮੈਂ ਥੋੜਾ ਜ਼ੋਰ ਲਗਾ ਕੇ ਤੈਨੂੰ ਕਹਿ ਰਿਹਾ ਹਾਂ, ਜੇਕਰ ਮੈਂ ਨਾ ਗਿਆ ਤਾਂ ਦੋਵੇਂ ਹੀ ਰਾਜਿਆਂ ਦੀ ਬੜੀ ਬਦਨਾਮੀ ਹੋ ਜਾਵੇਗੀ ਤੇ ਕੁਝ ਵੀ ਵਾਪਰ ਸਕਦਾ ਹੈ। ਤੂੰ ਮੇਰਾ ਵਿਸ਼ਵਾਸ ਤਾਂ ਕਰ, ਕੱਲ ਜਦੋਂ ਬਰਾਤ ਵਾਪਸ ਆਏਗੀ ਤਾਂ ਮੈਂ ਇਸੇ ਹੀ ਸਥਾਨ ਤੇ ਵਾਪਸ ਹੋਵਾਂਗਾ, ਮੈਂ ਤੇਰੇ ਕੋਲ ਆ ਜਾਵਾਂਗਾ। ਆਪਣੇ ਪਤੀ ਦੀ ਗੱਲ ਸੁਣ ਕੇ ਨਾਗਣ ਨੇ ਕਿਹਾ, ਮਹਾਰਾਜ, ਜੇਕਰ ਇਸ ਤਰ੍ਹਾਂ ਦੀ ਗੱਲ ਹੈ ਤੁਸੀਂ ਚਲੇ ਜਾਓ, ਮੈਂ ਤੁਹਾਨੂੰ ਨਹੀਂ ਰੋਕਾਂਗੀ। ਨਾਗਣ ਆਪਣੇ ਪਤੀ ਨੂੰ ਆਗਿਆ ਦਿੰਦੀ ਹੈ ਤਾਂ ਉਹ ਪਾਲਕੀ ਦੇ ਵਿੱਚ ਭੇਸ ਬਦਲ ਕੇ ਬੈਠ ਜਾਂਦਾ ਹੈ। ਕੁਝ ਦੇਰ ਬਾਅਦ ਬਰਾਤ ਜਦੋਂ ਅੱਗੇ ਚੱਲਦੀ ਹੈ ਤਾਂ ਉਹ ਪਾਲਕੀ ਨੂੰ ਉੱਪਰ ਬਿਠਾ ਕੇ ਚੱਲਦੇ ਹਨ ਤਾਂ ਸਿੱਧੇ ਹੀ ਮੰਡਪ ਵਿੱਚ ਪਹੁੰਚ ਜਾਂਦੇ ਹਨ। ਉੱਥੇ ਜਾ ਕੇ ਬਰਾਤ ਦੀ ਬਹੁਤ ਚੰਗੀ ਸੇਵਾ ਹੁੰਦੀ ਹੈ। ਜਦੋਂ ਵਿਆਹ ਦਾ ਸਮਾਂ ਹੋਇਆ ਤਾਂ ਰਾਜੇ ਨੇ ਕਿਹਾ, ਸਾਹਿਬ, ਤੁਹਾਡਾ ਮੁੰਡਾ ਕਿੱਥੇ ਹੈ? ਉਸ ਨੂੰ ਪਾਲਕੀ ਤੋਂ ਹੇਠਾਂ ਉਤਾਰੋ। ਤੁਸੀਂ ਕਿਹਾ ਸੀ ਕਿ ਲੜਕੇ ਦੀ ਪਾਲਕੀ ਇਸੇ ਮੰਡਪ ਵਿੱਚ ਹੀ ਖੁੱਲੇਗੀ। ਜਦੋਂ ਪਾਲਕੀ ਨੂੰ ਖੁਲਵਾਇਆ ਗਿਆ ਤਾਂ ਉਸ ਵਿੱਚ ਇੱਕ ਬੜਾ ਸੋਹਣਾ ਮੁੰਡਾ ਨਿਕਲਦਾ ਹੈ। ਰਾਜੇ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਜਾਂਦੀਆਂ ਹਨ। ਰਾਜਾ ਬਹੁਤ ਖੁਸ਼ ਹੋਇਆ ਤੇ ਸੋਚਣ ਲੱਗਿਆ, ਇਸ ਦਾ ਮਤਲਬ ਹੈ ਕਿ ਸਾਡੀ ਰਾਣੀ ਸਾਡੇ ਪੁੱਤਰ ਨੂੰ ਇਸ ਲਈ ਦਿਖਾਉਣਾ ਨਹੀਂ ਸੀ ਚਾਹੁੰਦੀ ਕਿ ਸਾਡਾ ਪੁੱਤਰ ਇੱਕਦਮ ਚੰਦਰਮਾ ਦੇ ਸਮਾਨ ਸੋਹਣਾ ਹੈ। ਰਾਜਾ ਆਪਣੇ ਪੁੱਤਰ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਹੈ। ਉਧਰ ਉਸ ਲੜਕੀ ਦੇ ਪਿਤਾ ਨੇ ਜਦੋਂ ਉਸ ਲਾੜੇ ਨੂੰ ਵੇਖਿਆ ਤਾਂ ਬੜਾ ਖੁਸ਼ ਹੋ ਜਾਂਦਾ ਹੈ। ਉਸ ਦੇ ਬਾਅਦ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੁੰਦੀਆਂ ਹਨ। ਉਸ ਨਾਗ ਦਾ ਵਿਆਹ ਉਸ ਰਾਜੇ ਦੀ ਧੀ ਨਾਲ ਹੋ ਜਾਂਦਾ ਹੈ। ਵਿਆਹ ਤੋਂ ਬਾਅਦ ਪਿਤਾ ਜੀ ਹੁਣ ਸਾਡੀ ਉਸ ਨਾਗ ਨੇ ਆਪਣੇ ਪਿਤਾ ਨੂੰ ਕਿਹਾ, ਪਿਤਾ ਜੀ, ਹੁਣ ਸਾਡੀ ਪਾਲ ਅਲੱਗ ਹੋ ਕੇ ਜਾਣੀ ਹੈ, ਮੇਰੀ ਪਤਨੀ ਦੀ ਪਾਲਕੀ ਅਲੱਗ ਹੋਣੀ ਚਾਹੀਦੀ ਹੈ। ਰਾਜੇ ਨੇ ਕਿਹਾ, ਬੇਟਾ, ਇਹ ਕਿੰਨੀ ਕੁ ਵੱਡੀ ਗੱਲ ਹੈ, ਅਸੀਂ ਤੁਹਾਡੇ ਲਈ ਅਲੱਗ-ਅਲੱਗ ਪਾਲਕੀ ਸਜਾ ਦਿੰਦੇ ਹਾਂ। ਰਾਜੇ ਨੇ ਹੁਕਮ ਦਿੱਤਾ ਕਿ ਸਾਡੇ ਬੇਟੇ ਦੀ ਅਲੱਗ ਪਾਲਕੀ ਤਿਆਰ ਕੀਤੀ ਜਾਵੇ, ਉਸ ਦੀ ਪਤਨੀ ਦੀ ਅਲੱਗ। ਇਸ ਤਰ੍ਹਾਂ ਦੂਸਰੀ ਪਾਲਕੀ ਤਿਆਰ ਕਰਵਾਈ ਗਈ। ਕੁਹਾਰ ਪਾਲਕੀ ਲੈ ਕੇ ਚੱਲਣ ਲੱਗਦੇ ਹਨ। ਉਸ ਦੇ ਪਿੱਛੇ-ਪਿੱਛੇ ਬਰਾਤ ਚੱਲਦੀ ਹੈ। ਚਲਦੇ-ਚਲਦੇ ਉਸ ਜਗ੍ਹਾ ਤੇ ਪਹੁੰਚ ਜਾਂਦੇ ਹਨ ਜਿੱਥੇ ਉਹਨਾਂ ਨੇ ਆਉਂਦੇ ਸਮੇਂ ਆਰਾਮ ਕੀਤਾ ਸੀ। ਉਧਰ ਉਹ ਨਾਗਣ ਵੀ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ। ਉਹ ਵੇਖਦੀ ਹੈ ਕਿ ਬਰਾਤ ਆ ਚੁੱਕੀ ਹੈ। ਰਾਜਕੁਮਾਰ ਜੋ ਨਾਗ ਬਣ ਕੇ ਆਪਣੀ ਪਤਨੀ ਨਾਗਣ ਨੂੰ ਮਿਲਣ ਲਈ ਜਾਂਦਾ ਹੈ, ਉਹ ਮਿਲ ਕੇ ਖੁਸ਼ ਹੁੰਦਾ ਹੈ। ਕਹਿੰਦਾ ਕਿ ਮੈਂ ਰਾਜੇ ਦੀ ਇੱਜ਼ਤ ਤਾਂ ਬਚਾ ਲਈ ਹੈ ਤੇ ਮੈਂ ਵਿਆਹ ਮੰਡਪ ਦੀ ਸ਼ੋਭਾ ਵੀ ਵਧਾ ਦਿੱਤੀ ਹੈ ਤੇ ਮੈਂ ਵਿਆਹ ਵੀ ਕਰਵਾ ਲਿਆ ਹੈ। ਦੂਸਰੀ ਪਤਨੀ ਪਾਲਕੀ ਵਿੱਚ ਬੈਠੀ ਹੈ। ਇਹ ਸੁਣ ਕੇ ਨਾਗਣ ਬੜੀ ਖੁਸ਼ ਹੁੰਦੀ ਹੈ। ਨਾਗਣ ਨੇ ਕਿਹਾ, ਠੀਕ ਮਹਾਰਾਜ, ਤੁਸੀਂ ਬਹੁਤ ਚੰਗਾ ਕੰਮ ਕੀਤਾ, ਪਰ ਹੁਣ ਤੁਸੀਂ ਕਿਤੇ ਨਹੀਂ ਜਾਓਗੇ, ਹੁਣ ਤੁਸੀਂ ਇੱਥੇ ਹੀ ਰਹੋਗੇ ਮੇਰੇ ਕੋਲ। ਨਾਗ ਨੇ ਕਿਹਾ, ਵਿਚਾਰ ਕਰ, ਥੋੜੀ ਜਿਹੀ ਆਗਿਆ ਹੋਰ ਮੈਂ ਤੇਰੇ ਕੋਲੋਂ ਮੰਗਣਾ ਚਾਹੁੰਦਾ ਹਾਂ। ਨਾਗਣ ਕਹਿੰਦੀ, ਕਿਹੋ ਜਿਹੀ ਆਗਿਆ? ਮੈਂ ਇਸ ਰਾਜੇ ਦੀ ਇੱਜ਼ਤ ਤਾਂ ਬਚਾ ਲਈ ਹੈ, ਹੁਣ ਇਹ ਨਵੀਂ ਨਵੇਲੀ ਲਾੜੀ ਆਈ ਹੈ, ਇਹ ਜਦੋਂ ਆਪਣੇ ਸਹੁਰੇ ਘਰ ਜਾਵੇਗੀ, ਜਦੋਂ ਇਸ ਨੂੰ ਉੱਥੇ ਆਪਣਾ ਪਤੀ ਨਹੀਂ ਮਿਲੇਗਾ,
ਫਿਰ ਇਸ ਦਾ ਕੀ ਹਾਲ ਹੋ ਜਾਵੇਗਾ। ਮੈਂ ਇਸ ਗੱਲ ਨੂੰ ਸੋਚ ਕੇ ਬੜਾ ਦੁਖੀ ਹੋ ਰਿਹਾ ਹਾਂ। ਇਸ ਲਈ ਮੈਂ ਤੈਨੂੰ ਕਹਿਣਾ ਚਾਹੁੰਦਾ ਹਾਂ ਕਿ ਮੈਂ ਇਸ ਬਰਾਤ ਦੇ ਨਾਲ ਜਾਣਾ ਚਾਹੁੰਦਾ ਹਾਂ। ਤਾਂ ਨਾਗਣ ਗੁੱਸੇ ਵਿੱਚ ਆ ਜਾਂਦੀ ਹੈ ਤੇ ਆਖਦੀ ਹੈ, ਤੁਸੀਂ ਮੈਨੂੰ ਸਿਰਫ ਇੰਨਾ ਹੀ ਕਰਨ ਲਈ ਕਿਹਾ ਸੀ। ਤੁਸੀਂ ਉਸ ਬਰਾਤ ਦੀ ਸ਼ੋਭਾ ਵਧਾਓਗੇ। ਇਹ ਤੁਸੀਂ ਕਰ ਚੁੱਕੇ ਹੋ। ਹੁਣ ਮੈਂ ਤੁਹਾਨੂੰ ਕਿਤੇ ਨਹੀਂ ਜਾਣ ਦੇਵਾਂਗੀ। ਤੇ ਨਾਗ ਕਹਿੰਦਾ ਹੈ ਕਿ ਮੈਨੂੰ ਸਿਰਫ 2 ਦਿਨ ਦਾ ਸਮਾਂ ਦੇ, ਮੈਂ ਵਾਪਸ ਆ ਜਾਵਾਂਗਾ। ਜਦੋਂ ਇਹ ਲੜਕੀ ਆਪਣੇ ਪੇਕੇ ਘਰ ਚਲੀ ਜਾਵੇਗੀ, ਮੈਂ ਤੇਰੇ ਕੋਲ ਵਾਪਸ ਆ ਜਾਵਾਂਗਾ। ਤੂੰ ਮੇਰੀ ਗੱਲ ਦਾ ਵਿਸ਼ਵਾਸ ਕਰ, ਮੈਂ ਤੈਨੂੰ ਧੋਖਾ ਨਹੀਂ ਦੇਵਾਂਗਾ। ਇਸ ਤਰ੍ਹਾਂ ਨਾਗ ਆਪਣੀ ਨਾਗਣ ਨੂੰ ਸਮਝਾ ਕੇ ਆਗਿਆ ਲੈ ਕੇ ਲਾੜਾ ਬਣ ਕੇ ਅਗਲੀ ਪਾਲਕੀ ਵਿੱਚ ਬੈਠ ਕੇ ਚਲਿਆ ਜਾਂਦਾ ਹੈ। ਇੱਧਰ ਰਾਣੀ ਮੰਦਰ ਵਿੱਚ ਜਾ ਕੇ ਪਰਮਾਤਮਾ ਅੱਗੇ ਪ੍ਰਾਰਥਨਾ ਕਰਦੀ ਹੈ, ਹੇ ਪਰਮਾਤਮਾ, ਮੇਰੀ ਰੱਖਿਆ ਕਰੋ, ਮੇਰੀ ਲਾਜ ਬਚਾ ਲਓ। ਮੈਂ ਆਪਣੇ ਪਤੀ ਨੂੰ ਖੁਸ਼ ਕਰਨ ਲਈ ਝੂਠ ਬੋਲਿਆ ਸੀ, ਪਰ ਮੈਨੂੰ ਨਹੀਂ ਸੀ ਪਤਾ ਕਿ ਇਹ ਗੱਲ ਇੱਥੋਂ ਤੱਕ ਪਹੁੰਚ ਜਾਵੇਗੀ। ਹੁਣ ਤੁਸੀਂ ਮੇਰੀ ਲਾਜ ਬਚਾਓ, ਨਹੀਂ ਤਾਂ ਮੈਂ ਮਰ ਜਾਵਾਂਗੀ। ਇਸੇ ਹੀ ਤਰੀਕੇ ਦੇ ਨਾਲ ਪੂਰੀ ਰਾਤ ਰਾਣੀ ਮੰਦਰ ਵਿੱਚ ਰੋਂਦੀ ਰਹਿੰਦੀ ਹੈ। ਜਦੋਂ ਦਿਨ ਚੜ੍ਹਿਆ ਤਾਂ ਰਾਣੀ ਇਕੱਲੀ ਹੀ ਉਸ ਮੰਦਰ ਵਿੱਚ ਬੈਠੀ ਰੋ ਰਹੀ ਸੀ। ਸਿਰਫ ਦਾਸੀ ਨੂੰ ਹੀ ਪਤਾ ਸੀ ਕਿ ਰਾਣੀ ਕਿੱਥੇ ਹੈ, ਹੋਰ ਕਿਸੇ ਨੂੰ ਕੁਝ ਨਹੀਂ ਸੀ ਪਤਾ। ਇੱਧਰ ਰਾਜਾ ਆਪਣੀ ਨੂੰਹ ਤੇ ਪੁੱਤਰ ਦੀ ਪਾਲਕੀ ਨੂੰ ਲੈ ਕੇ ਘਰ ਪਹੁੰਚਦਾ ਹੈ। ਦਰਬਾਰ ਵਾਲਿਆਂ ਨੇ ਰਾਣੀ ਦੇ ਪੁੱਤ ਨੂੰ ਵੇਖਿਆ ਤਾਂ ਸਾਰੇ ਹੀ ਲੋਕ ਦੇਖ ਕੇ ਖੁਸ਼ ਹੋ ਜਾਂਦੇ ਹਨ। ਰਾਣੀ ਇਸ ਲਈ ਆਪਣੇ ਪੁੱਤਰ ਨੂੰ ਨਹੀਂ ਦਿਖਾਉਣਾ ਚਾਹੁੰਦੀ ਸੀ, ਕਿਉਂਕਿ ਉਸਦਾ ਪੁੱਤਰ ਬਹੁਤ ਸੋਹਣਾ ਸੀ। ਜਦੋਂ ਦਾਸੀ ਨੇ ਵੇਖਿਆ ਕਿ ਰਾਜੇ ਦਾ ਪੁੱਤ ਵੀ ਆਇਆ ਹੈ, ਉਸ ਨੂੰ ਤਾਂ ਪਤਾ ਸੀ ਕਿ ਰਾਣੀ ਦਾ ਤਾਂ ਕੋਈ ਪੁੱਤ ਹੀ ਨਹੀਂ ਸੀ। ਜਦੋਂ ਦਾਸੀ ਨੇ ਇਹ ਵੇਖਿਆ ਕਿ ਰਾਣੀ ਦਾ ਪੁੱਤਰ ਨਾਲ ਹੀ ਆਇਆ ਹੈ, ਉਸ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਉਹ ਹੈਰਾਨੀ ਵਿੱਚ ਪੈ ਗਈ। ਉਸ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਦਾਸੀ ਭੱਜ ਕੇ ਮੰਦਰ ਵਿੱਚ ਜਾਂਦੀ ਹੈ ਤੇ ਮੰਦਰ ਵਿੱਚ ਉਧਰ ਰਾਣੀ ਮੱਥਾ ਪਟਕ ਪਟਕ ਕੇ ਰੋ ਰਹੀ ਹੁੰਦੀ ਹੈ, ਪਰਮਾਤਮਾ ਨੂੰ ਅਰਦਾਸ ਕਰ ਰਹੀ ਹੁੰਦੀ ਹੈ। ਦਾਸੀ ਰਾਣੀ ਨੂੰ ਸਾਰੀ ਗੱਲ ਦੱਸਦੀ ਹੈ ਤਾਂ ਦਾਸੀ ਦੇ ਮੂੰਹੋਂ ਇਹ ਗੱਲ ਸੁਣ ਕੇ ਉਹ ਵਾਰ-ਵਾਰ ਪਰਮਾਤਮਾ ਦਾ ਧੰਨਵਾਦ ਕਰਨ ਲੱਗਦੀ ਹੈ ਤੇ ਬਾਅਦ ਵਿੱਚ ਦਾਸੀ ਰਾਣੀ ਦੇ ਘਰ ਚਲੀ ਜਾਂਦੀ ਹੈ। ਆਪਣੀ ਨੂੰਹ ਨੂੰ ਬੜੇ ਆਦਰ ਸਤਿਕਾਰ ਦੇ ਨਾਲ ਘਰ ਦੇ ਅੰਦਰ ਲੈ ਕੇ ਜਾਂਦੀ ਹੈ। ਆਪਣੇ ਪੁੱਤ ਨੂੰ ਸੀਨੇ ਨਾਲ ਲਗਾ ਲੈਂਦੀ ਹੈ, ਕਿਉਂਕਿ ਉਸਨੇ ਤਾਂ ਝੂਠ ਬੋਲਿਆ ਸੀ। ਉਸਨੇ ਇਹ ਸਮਝਿਆ ਕਿ ਇਹ ਪ੍ਰਭੂ ਦਾ ਪ੍ਰਸ਼ਾਦ ਹੈ। ਹੁਣ ਉਹ ਨਾਗ ਚੋਂ ਲਾੜਾ ਬਣ ਕੇ ਆਇਆ ਸੀ, ਉਸ ਲੜਕੀ ਦਾ ਪਤੀ ਬਣ ਕੇ ਆਇਆ ਸੀ। ਉਹ ਹੌਲੀ-ਹੌਲੀ ਉਸ ਲੜਕੀ ਦੇ ਪ੍ਰੇਮ ਜਾਲ ਵਿੱਚ ਫਸ ਜਾਂਦਾ ਹੈ। ਜਾਲ ਵਿੱਚ ਫਸ ਕੇ ਆਪਣੇ ਗੁਣਗਾਨ ਪਾਲਣ ਲੱਗਦਾ ਹੈ। 2 ਦਿਨ ਤਾਂ ਕਹਿ ਕੇ ਆਇਆ ਸੀ, ਇੱਥੇ 2 ਮਹੀਨੇ ਹੋ ਚੁੱਕੇ ਸਨ, ਪਰ ਵਾਪਸ ਆਪਣੀ ਨਾਗਣ ਕੋਲ ਨਾ ਪਹੁੰਚਿਆ। ਜਦੋਂ 2 ਮਹੀਨੇ ਦਾ ਸਮਾਂ ਹੋ ਜਾਂਦਾ ਹੈ ਤਾਂ ਨਾਗ ਵਾਪਸ ਨਹੀਂ ਆਉਂਦਾ। ਤਾਂ ਵਿਚਾਰੀ ਨਾਗਣ ਇੰਤਜ਼ਾਰ ਕਰਦੀ ਕਰਦੀ ਜੰਗਲਾਂ ਵਿੱਚ ਉਸ ਨੂੰ ਲੱਭਦੀ ਫਿਰਦੀ ਹੈ। ਨਾਗਣ ਨੂੰ ਬੜਾ ਦੁੱਖ ਲੱਗਦਾ ਹੈ। ਉਸ ਤੋਂ ਬਾਅਦ ਉਹ ਨਾਗਣ ਗੁੱਸੇ ਹੋ ਕੇ ਉਸ ਰਾਜੇ ਦੇ ਮਹਿਲ ਵੱਲ ਚੱਲ ਪੈਂਦੀ ਹੈ, ਇਹ ਸੋਚ ਕੇ ਉਸ ਨੂੰ ਜਿੰਦਾ ਨਹੀਂ ਛੱਡਾਂਗੀ, ਨਾ ਹੀ ਉਸ ਔਰਤ ਨੂੰ ਤੇ ਆਪਣੇ ਪਤੀ ਨੂੰ। ਇਹ ਵਿਚਾਰ ਕਰਕੇ ਉਹ ਨਾਗਣ ਜੰਗਲ ਵਿੱਚ ਭਟਕਦੀ ਹੋਈ ਜਾ ਰਹੀ ਹੈ। ਉਧਰ ਨਾਗ ਜਾਣਦਾ ਹੈ ਕਿ ਨਾਗਣ ਉਸ ਨੂੰ ਲੱਭਦੀ ਹੋਈ ਇੱਥੇ ਜ਼ਰੂਰ ਆਵੇਗੀ। ਇਸ ਲਈ ਉਸਨੇ ਆਪਣੇ ਪਿਤਾ ਨੂੰ ਕਹਿ ਕੇ ਰਾਜ ਮਹਿਲ ਦੇ ਚਾਰੇ ਪਾਸੇ ਇੱਕ ਵੱਡੀ ਖੱਡ ਪੁੱਟਵਾ ਦਿੱਤੀ ਤੇ ਉਸ ਵਿੱਚ ਪਾਣੀ ਭਰਵਾ ਦਿੱਤਾ। ਰਾਜੇ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ, ਇਹ ਮਹਿਲ ਦੀ ਸੁਰੱਖਿਆ ਲਈ ਹੈ। ਨਾਗ ਨੂੰ ਲੱਗਿਆ ਕਿ ਹੁਣ ਨਾਗਣ ਸ਼ਾਇਦ ਮਹਿਲ ਦੇ ਅੰਦਰ ਨਹੀਂ ਆ ਸਕੇਗੀ। ਉਹ ਇਸ ਲੜਕੀ ਦੇ ਪ੍ਰੇਮ ਵਿੱਚ ਕਦਰ ਇਸ ਤਰ੍ਹਾਂ ਫਸ ਗਿਆ ਕਿ ਹੁਣ ਉੱਥੋਂ ਜਾਣਾ ਨਹੀਂ ਸੀ ਚਾਹੁੰਦਾ। ਉਹ ਸੋਚਦਾ ਸੀ ਕਿ ਇੰਨੀ ਸੋਹਣੀ ਪਤਨੀ ਮਿਲੀ ਹੈ, ਹੁਣ ਇਸ ਦੇ ਨਾਲ ਪੂਰੀ ਜ਼ਿੰਦਗੀ ਬਿਤਾਵਾਂਗਾ, ਕਿਉਂਕਿ ਇੱਥੇ ਜੋ ਮੇਰੇ ਮਾਂ-ਬਾਪ ਹਨ ਉਹ ਮੈਨੂੰ ਪਿਆਰ ਕਰਦੇ ਹਨ। ਜੇਕਰ ਮੈਂ ਚਲਿਆ ਗਿਆ, ਇਹ ਲੋਕ ਕਿਸ ਤਰ੍ਹਾਂ ਦੇ ਲੋਕ ਇੱਥੇ ਰਹਿਣਗੇ। ਇਸ ਤਰ੍ਹਾਂ ਨਿਸ਼ਚਿੰਤ ਹੋ ਕੇ ਰਾਜਕੁਮਾਰੀ ਪਤਨੀ ਦੇ ਨਾਲ ਰਾਜ ਮਹਿਲ ਵਿੱਚ ਰਹਿਣ ਲੱਗਦਾ ਹੈ। ਉਹ ਨਾਗਣ ਉਸ ਲੜਕੀ ਨੂੰ ਡੱਸਣ ਦੇ ਲਈ ਰਾਜੇ ਦੇ ਮਹਿਲ ਕੋਲ ਆਉਂਦੀ ਹੈ। ਉਸਨੇ ਵੇਖਿਆ ਕਿ ਮਹਿਲ ਦੇ ਚਾਰੇ ਪਾਸੇ ਖੱਡ ਪੁੱਟੀ ਹੋਈ ਹੈ, ਉਸ ਵਿੱਚ ਪਾਣੀ ਭਰਿਆ ਹੋਇਆ ਹੈ। ਉਹ ਸਮਝ ਗਈ ਕਿ ਇਹ ਜਲ ਉਸਦੇ ਪਤੀ ਨੇ ਵਿਛਾਇਆ ਹੈ, ਪਰ ਫਿਰ ਵੀ ਉਹ ਕਿਵੇਂ ਨਾ ਕਿਵੇਂ ਮਹਿਲ ਦੇ ਅੰਦਰ ਪਹੁੰਚ ਜਾਂਦੀ ਹੈ। ਨਾਗਣ ਜਦੋਂ ਅੰਦਰ ਪਹੁੰਚਦੀ ਹੈ ਤਾਂ ਉਸਦਾ ਪਤੀ ਉਸ ਲੜਕੀ ਦੇ ਨਾਲ ਪਲੰਗ ਤੇ ਆਰਾਮ ਨਾਲ ਸੌਂ ਰਿਹਾ ਸੀ। ਇਹ ਵੇਖ ਕੇ ਉਸ ਨੂੰ ਬੜਾ ਗੁੱਸਾ ਆ ਜਾਂਦਾ ਹੈ ਤੇ ਗੁੱਸੇ ਵਿੱਚ ਸੋਚਣ ਲੱਗੀ, ਕਿਉਂ ਨਾ ਮੈਂ ਇਹਨਾਂ ਦੋਹਾਂ ਨੂੰ ਹੀ ਖਾ ਜਾਵਾਂ। ਫਿਰ ਉਹ ਸੋਚਦੀ ਹੈ ਕਿ ਜੋੜੀ ਕਿੰਨੀ ਸੋਹਣੀ ਹੈ, ਮੈਂ ਜੋੜੀ ਨੂੰ ਕਿਵੇਂ ਖਤਮ ਕਰਾਂ। ਜੇ ਮੈਂ ਆਪਣੇ ਪਤੀ ਨੂੰ ਮਾਰਿਆ ਤਾਂ ਇਸ ਕੁੜੀ ਦਾ ਕੀ ਹਾਲ ਹੋਵੇਗਾ। ਜੇ ਮੈਂ ਇਸ ਕੁੜੀ ਨੂੰ ਡੰਗ ਲਿਆ ਤਾਂ ਕੁੜੀ ਮਰ ਜਾਵੇਗੀ ਤੇ ਮੇਰੇ ਪਤੀ ਜਿਹੜਾ ਪ੍ਰੇਮ ਵਿੱਚ ਫਸ ਚੁੱਕਾ ਹੈ ਉਹ ਤਾਂ ਆਤਮ ਹੱਤਿਆ ਹੀ ਕਰ ਲਵੇਗਾ। ਕਿਸੇ ਨੇ ਸੱਚ ਹੀ ਕਿਹਾ ਹੈ,
ਮਨੁੱਖ ਨੂੰ ਆਪਣੀ ਜ਼ਿੰਦਗੀ ਵਿੱਚ ਕੁਝ ਸਾਵਧਾਨੀਆਂ ਬਣਾ ਕੇ ਰੱਖਣੀਆਂ ਚਾਹੀਦੀਆਂ ਹਨ, ਚਾਹੇ ਕੋਈ ਕਿੰਨਾ ਵੀ ਸਕਾ ਕਿਉਂ ਨਾ ਹੋਵੇ। ਇਹ 3 ਚੀਜ਼ਾਂ ਕਦੇ ਵੀ ਉਸਦੇ ਹੱਥ ਨਹੀਂ ਦੇਣੀਆਂ ਚਾਹੀਦੀਆਂ। ਨੰਬਰ 1, ਔਰਤ ਨੂੰ ਆਪਣਾ ਪਤੀ ਦੂਸਰੀ ਔਰਤ ਨੂੰ ਨਹੀਂ ਦੇਣਾ ਚਾਹੀਦਾ ਤੇ ਮਰਦ ਨੂੰ ਆਪਣੀ ਔਰਤ ਦੂਸਰੇ ਮਰਦ ਨੂੰ ਨਹੀਂ ਦੇਣੀ ਚਾਹੀਦੀ, ਨਹੀਂ ਤਾਂ ਇਹ ਵਾਪਸ ਨਹੀਂ ਮਿਲਣਗੇ। ਜੇ ਮਿਲ ਵੀ ਗਏ ਤਾਂ ਫਿਰ ਪਹਿਲਾਂ ਦੀ ਤਰ੍ਹਾਂ ਕਦੇ ਨਹੀਂ ਹੋ ਸਕਣਗੇ। ਨੰਬਰ 2, ਆਪਣਾ ਕਮਾਇਆ ਹੋਇਆ ਧਨ ਕਦੇ ਦੂਜਿਆਂ ਦੇ ਹੱਥ 'ਚ ਦੇਣਾ ਨਹੀਂ ਚਾਹੀਦਾ। ਦੂਜਿਆਂ ਦੇ ਹੱਥ ਵਿੱਚ ਪਹੁੰਚਿਆ ਹੋਇਆ ਧਨ ਵਾਪਸ ਮਿਲਣ ਵਿੱਚ ਬੜੀ ਦਿੱਕਤ ਹੁੰਦੀ ਹੈ। ਉਹ ਕਦੇ ਸਮੇਂ ਤੇ ਵਾਪਸ ਨਹੀਂ ਆਉਂਦਾ, ਇਸ ਲਈ ਆਪਣੇ ਧਨ ਨੂੰ ਆਪਣੇ ਕੋਲ ਹੀ ਰੱਖੋ। ਨੰਬਰ 3, ਬਿਨਾਂ ਪੜ੍ਹੀ ਹੋਈ ਪੁਸਤਕ ਦੀ ਵਿੱਦਿਆ ਵੀ ਸਮਾਂ ਪੈਣ ਤੇ ਕਦੇ ਕੰਮ ਨਹੀਂ ਆਉਂਦੀ। ਇਹ 3 ਚੀਜ਼ਾਂ ਕਦੇ ਮਨੁੱਖ ਨੂੰ ਦੂਜੇ ਦੇ ਹੱਥ ਵਿੱਚ ਨਹੀਂ ਦੇਣੀਆਂ ਚਾਹੀਦੀਆਂ। ਨਾਗਣ ਸੋਚਣ ਲੱਗੀ ਕਿ ਮੈਂ ਕਿਸੇ ਵੀ ਪਾਸੇ ਦੀ ਨਹੀਂ ਰਹੀ, ਮੈਂ ਤਾਂ ਵਿਧਵਾ ਹੋ ਗਈ ਹਾਂ। ਮੈਂ ਜਾਣ ਬੁੱਝ ਕੇ ਆਪਣੇ ਪੈਰਾਂ ਤੇ ਕੁਹਾੜੀ ਮਾਰ ਲਈ ਹੈ। ਆਪਣੇ ਹੱਥਾਂ ਨਾਲ ਆਪਣੇ ਪਤੀ ਦਾ ਦੂਸਰੀ ਔਰਤ ਨਾਲ ਵਿਆਹ ਕਰਵਾ ਦਿੱਤਾ ਹੈ। ਆਪਣੇ ਪਤੀ ਨੂੰ ਗਵਾ ਕੇ ਪਛਤਾ ਰਹੀ ਹਾਂ। ਇਸ ਤਰ੍ਹਾਂ ਨਾ ਹੋਵੇ ਕਿ ਦੂਸਰੀ ਕੁੜੀ ਵੀ ਵਿਧਵਾ ਹੋ ਜਾਵੇ। ਇਸ ਤਰ੍ਹਾਂ ਨਾ ਹੋ ਜਾਵੇ ਕਿ ਮੇਰਾ ਪਤੀ ਮਰ ਜਾਵੇ। ਸੋ ਸਾਧ ਸੰਗਤ ਜੀ, ਇਹ ਸਨ ਵਿਚਾਰ ਜੋ ਕਰਨ ਤੋਂ ਬਾਅਦ ਉਹ ਨਾਗਣ ਡੰਗਣ ਦਾ ਵਿਚਾਰ ਬਦਲ ਲੈਂਦੀ ਹੈ। ਨਾਗਣ ਨੇ ਸੋਚਿਆ ਕਿ ਮੈਂ ਇੱਥੇ ਵੀ ਆਪਣੀ ਜਾਨ ਦੇ ਦਿੰਦੀ ਹਾਂ। ਸਾਧ ਸੰਗਤ ਜੀ, ਨਾਗਣ ਨੇ ਉਸੇ ਹੀ ਪਲੰਗ ਦੇ ਨੇੜੇ ਆਪਣੀ ਜਾਨ ਦੇ ਦਿੱਤੀ। ਜਦੋਂ ਉਹ ਨਾਗਣ ਮਰ ਜਾਂਦੀ ਹੈ, ਉਧਰ ਸਵੇਰ ਹੁੰਦੀ ਹੈ ਤੇ ਸਵੇਰ ਹੁੰਦੇ ਹੀ ਉਹ ਨਾਗ ਜੋ ਆਪਣੀ ਪਤੀ ਦੇ ਨਾਲ ਸੁੱਤਾ ਹੋਇਆ ਸੀ, ਜਦੋਂ ਉੱਠਦਾ ਹੈ ਤਾਂ ਉਹ ਵੇਖਦਾ ਹੈ ਉਸਦੀ ਨਾਗਣ ਉਸਦੇ ਪਲੰਗ ਦੇ ਹੇਠਾਂ ਮਰੀ ਪਈ ਹੈ। ਉਹ ਨਾਗ ਆਪਣੀ ਨਾਗਣ ਨੂੰ ਵੇਖ ਕੇ ਅੰਦਰੋਂ ਅੰਦਰੀ ਦੁਖੀ ਹੋ ਜਾਂਦਾ ਹੈ ਤੇ ਰੋਣ ਲੱਗਦਾ ਹੈ। ਪਛਤਾਵਾ ਹੁੰਦਾ ਹੈ। ਉਸਨੂੰ ਚੁੱਕ ਕੇ ਵਾਰ-ਵਾਰ ਇੱਕ ਸ਼ਬਦ ਕਹਿਣ ਲੱਗਾ, ਮੈਨੂੰ ਮਾਫ ਕਰ ਦੇ, ਮੈਥੋਂ ਭੁੱਲ ਹੋ ਗਈ। ਮੈਨੂੰ ਪਤਾ ਸੀ ਕਿ ਤੂੰ ਮਰ ਜਾਵੇਂਗੀ ਤੇ ਮਰਦੇ ਮਰਦੇ ਮੈਨੂੰ ਕੁਝ ਕਿਹਾ ਵੀ ਨਹੀਂ। ਗਲਤੀ ਤਾਂ ਸਾਰੀ ਮੇਰੀ ਸੀ ਜੋ ਮੈਂ ਇਸ ਕੁੜੀ ਦੇ ਪਿਆਰ ਵਿੱਚ ਪੈ ਕੇ ਤੈਨੂੰ ਭੁਲਾ ਦਿੱਤਾ, ਪਰ ਤੂੰ ਆਪਣਾ ਪਿਆਰ ਨਾ ਸਾਡੇ ਦੋਵਾਂ ਦੇ ਵਿਚਕਾਰ ਆਪਣੇ ਮਰਨ ਦੀ ਹੀ ਸੋਚੀ ਹੈ, ਸਾਨੂੰ ਮਾਰਨ ਦੀ ਨਹੀਂ ਸੋਚੀ। ਉਸ ਨਾਗ ਨੂੰ ਗਰਦਨ ਵਿੱਚ ਪਾ ਕੇ ਉਹ ਲੜਕਾ ਜੋ ਕਿ ਨਾਗ ਸੀ, ਪਾਗਲਾਂ ਵਾਂਗ ਇੱਧਰ ਉੱਧਰ ਘੁੰਮਣ ਲੱਗਦਾ ਹੈ, ਇੱਧਰ ਉੱਧਰ ਭਟਕਣ ਲੱਗਦਾ ਹੈ। ਪਿੱਠ ਤੇ ਬੈਠਾ ਹੋਇਆ ਉੱਲੂ ਕਹਿੰਦਾ, ਗਧੇ, ਫਿਰ ਇਸ ਲਈ ਮਨੁੱਖ ਨੂੰ ਇਹ 3 ਚੀਜ਼ਾਂ ਕਦੇ ਦੂਸਰੇ ਨੂੰ ਨਹੀਂ ਦੇਣੀਆਂ ਚਾਹੀਦੀਆਂ। ਗਧਾ ਕਹਿੰਦਾ, ਵੀਰ, ਤੁਹਾਡੀ ਗੱਲ ਸੱਚਮੁੱਚ ਬੜੀ ਚੰਗੀ ਸੀ। ਇਸ ਕਹਾਣੀ ਤੋਂ ਮੈਂ ਬਹੁਤ ਕੁਝ ਸਿੱਖਿਆ ਹੈ। ਸਫ਼ਰ ਵੀ ਬਹੁਤ ਚੰਗਾ ਕੱਟਿਆ ਗਿਆ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਅਸੀਂ ਨਗਰ ਦੇ ਨੇੜੇ ਪਹੁੰਚ ਚੁੱਕੇ ਹਾਂ ਜਾਂ ਨਹੀਂ। ਤਾਂ ਉਹ ਉੱਲੂ ਕਹਿਣ ਲੱਗਾ, ਗਧੇ ਭਰਾਵਾ, ਕੀ ਦੱਸਾਂ, ਮੈਂ ਤਾਂ ਤੈਨੂੰ ਕਹਾਣੀ ਸੁਣਾਉਣ ਵਿੱਚ ਲੱਗਿਆ ਰਿਹਾ, ਇਸ ਲਈ ਮੈਨੂੰ ਕੁਝ ਧਿਆਨ ਨਹੀਂ ਰਿਹਾ। ਹੁਣ ਅਸੀਂ ਦੂਸਰੇ ਰਸਤੇ ਤੇ ਆ ਚੁੱਕੇ ਹਾਂ। ਹੁਣ ਤੂੰ ਏਦਾਂ ਕਰ, ਥੋੜੀ ਦੇਰ ਆਰਾਮ ਕਰ ਲੈ, ਫਿਰ ਅੱਗੇ ਚੱਲਾਂਗੇ। ਸਾਧ ਸੰਗਤ ਜੀ, ਇਸ ਤਰ੍ਹਾਂ ਉਸ ਉੱਲੂ ਨੇ ਉਸ ਗਧੇ ਨੂੰ ਜੰਗਲ ਵਿੱਚ ਗੋਲ ਗੋਲ ਘੁਮਾਉਂਦਾ ਹੀ ਰਿਹਾ। ਸਾਧ ਸੰਗਤ ਜੀ, ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।